ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਖਾਦਿਮ ਨਵਦੀਪ ਸਿੰਘ ਝੁਨੀਰ ਲੈ ਕੇ ਆਇਆ ਹਾਂ ਤੁਹਾਡੇ ਲਈ ਉਜਾੜੇ ਵੇਲੇ ਦੀ ਇੱਕ ਬਹੁਤ ਹੀ ਭਾਵੁਕ ਕਹਾਣੀ। ਗੱਲ ਇੱਕ ਗੱਲ ਦੀ। ਕਹਾਣੀਕਾਰ ਫਰਜ਼ੰਦ ਅਲੀ। ਸੋਨਾ ਸੋਨਾ ਹੀ ਹੁੰਦਾ ਏ। ਇਹ ਸੋਨਾ ਆਪਣਾ ਹੋਵੇ ਭਾਵੇਂ ਪਰਾਇਆ। ਮਨ ਖਿੱਚਵਾਂ ਤੇ ਦਿਲ ਖੁੱਬਵਾਂ ਜ਼ਰੂਰ ਹੁੰਦਾ ਏ, ਪਰ ਫੱਬ ਜਾਵੇ ਤਾਂ ਪੌਂ ਵਾਰਾਂ, ਨਾ ਫੱਬੇ ਤਾਂ ਤਿੰਨ ਕਾਨੇ। ਉਹਨੇ ਥਾਣੇ ਦੀ ਪੱਕੀ ਕੰਧ ਨਾਲ ਧੁੱਪੇ ਬੈਠਿਆਂ ਬੈਠਿਆਂ ਸੋਚਿਆ। ਸੁੱਜੇ ਜੁੱਸੇ ਤੇ ਜ਼ਖਮਾਂ ਤੋਂ ਹੁੰਦੀ ਪੀੜ ਭੁੱਲ ਕੇ ਉਹਦੀ ਸੋਚ ਕਈ ਸਾਲ ਪਿਛਲੇ ਬੀਤੇ ਸਮੇਂ ਨੂੰ ਵੇਖਣ ਲੱਗ ਪਈ। ਉਸ ਸ਼ਾਮੀ ਘਰ ਵੜਦਿਆਂ ਆਖਿਆ ਸੀ, ਭਾਗਾਂ ਛੇਤੀ ਛੇਤੀ ਅੰਨ ਪਾਣੀ ਤੋਂ ਵਿਹਲੀ ਹੋ ਕੇ ਜ਼ਰੂਰੀ ਸਮਾਨ ਬੰਨ੍ਹ ਲਵੀਂ। ਉਹ ਨਾ ਹੋਵੇ ਛਿੱਤਰ ਪੌਲਾ ਇਕੱਠਾ ਕਰਕੇ ਭਾਰ ਬਣਾ ਲਵੇਂ। ਸਿਆਣੇ ਆਂਦੇ ਨੇ, ਹੌਲਾ ਭਾਰ ਤੇ ਸਾਥ ਦਾ ਮੋਹਰੀ। ਉਸ ਵੇਲੇ ਉਹਦੀ ਘਰਵਾਲੀ ਭਾਗਾਂ ਉਹਦੀ ਗੱਲ ਸੁਣ ਕੇ ਹੈਰਾਨ ਹੋਈ ਤੇ ਬੋਲੀ, ਭੋਲੇ ਦੇ ਅੱਬਾ, ਸਾਡਾ ਇੱਥੇ ਗੁਜ਼ਾਰਾ ਨਹੀਂ ਹੋ ਸਕਦਾ। ਗੁਜ਼ਾਰੇ ਦੀ ਗੱਲ ਨਹੀਂ ਭਲੀਏ, ਆਪਣੀ ਸ਼ੈ ਆਪਣੀ ਹੁੰਦੀ ਏ ਤੇ ਬੇਗਾਨੀ ਬੇਗਾਨੀ। ਆਖੇ ਕਿਸੇ ਦਾ ਘਰ ਥੁੱਕ ਦਾ ਵੀ ਡਰ, ਆਪਣਾ ਘਰ ਭਾਵੇਂ ਹੱਗ ਹੱਗ ਭਰ। ਕਰਮੂ ਨੇ ਸਮਝਾਇਆ। ਮੈਂ ਆਖਦੀਆਂ ਘਰ ਕਿਹੜਾ ਰੋਜ਼ ਰੋਜ਼ ਬਣਦੇ ਨੇ। ਸਬਰ ਸ਼ੁਕਰ ਨਾਲ ਅੱਧੀ ਵੀ ਲੱਭ ਜਾਵੇ ਤਾਂ ਸੇਜ ਬਲਾਈਆਂ, ਝੇੜ ਭਲਾ ਕੋਈ ਨਹੀਂ। ਵੇਖ ਨਾੜਿਆ, ਆਪਣੇ ਆਲਣੇ ਤਾਂ ਚਿੜੀਆਂ ਵੀ ਨਹੀਂ ਛੱਡਦੀਆਂ। ਸਾਡੇ ਤਾਂ ਫਿਰ ਇੱਥੇ ਵੱਡੇ ਵਡੇਰੇ ਰਹੇ ਨੇ, ਇੱਥੇ ਹੀ ਉਹਨਾਂ ਦੀਆਂ ਢੇਰੀਆਂ ਨੇ। ਕਿਹਨੂੰ ਕਿਹਨੂੰ ਛੱਡਾਂਗੇ। ਮੇਰੀ ਮੰਨ ਤੇ ਉਜਾੜਾ ਨਾ ਪੜ। ਜਦ ਅਸਾਂ ਕਰਕੇ ਹੀ ਖਾਣਾ ਏ ਤਾਂ ਇੱਥੇ ਕੀ ਤੇ ਉੱਥੇ ਕੀ। ਐਵੇਂ ਕਮਲਾ ਨਾ ਬਣ। ਭਾਗਾਂ ਨੇ ਤਰਲਾ ਮਾਰਿਆ। ਛੱਡ ਝੱਲੀ ਨਾ ਹੋਵੇ। ਕਰਮੂ ਨੇ ਝਾੜ ਪਾਈ। ਸੱਚ ਸਿਆਣੇ ਆਖਦੇ ਨੇ, ਜਨਾਨੀਆਂ ਦੀ ਖੁਰੀ ਪਿੱਛੇ ਮੱਤ ਹੁੰਦੀ ਹੈ। ਅਖੇ ਵੱਡੇ ਵਡੇਰਿਆਂ ਦੀਆਂ ਕਬਰਾਂ ਨੇ ਇੱਥੇ। ਭਲਾ ਬੰਦਾ ਪੁੱਛੇ, ਭਾਈ ਤੂੰ ਵੱਡੇ ਵਡੇਰਿਆਂ ਦੀਆਂ ਹੱਡੀਆਂ ਦਾ ਸੁਰਮਾ ਬਣਾਉਣਾ ਏ ਜਾਂ ਵੱਡੇ ਵਡੇਰੇ ਤੈਨੂੰ ਦਾਣੇ ਘਲਦੇ ਨੇ। ਅਖੇ 100 ਸਿਆਣੇ ਦੀ ਇੱਕੋ ਮੱਤ ਤੇ ਮੂਰਖ ਵੇਖੂ ਦੁੱਖ। ਤੈਨੂੰ ਸਮਝ ਨਹੀਂ ਆਉਂਦੀ ਇਹ ਗੱਲ। ਭਾਗਾਂ ਝਾੜ ਖਾ ਕੇ ਚੁੱਪ ਕਰ ਗਈ। ਉਹ ਜਾਣਦੀ ਸੀ ਇਹ ਆਪਣੀ ਆਈ ਤੇ ਆਇਆ ਕੁਝ ਨਹੀਂ ਸੋਚਦਾ। ਮਾਂ ਦੇ ਗੋਡੇ ਕੋਲ ਬੈਠੀ ਜੋਰਾਂ ਚਲੇ ਜਾਣ ਦਾ ਸੁਣ ਕੇ ਮਾਂ ਕੋਲੋਂ ਪੁੱਛਿਆ, ਬੇਬੇ ਤੂੰ ਆਖੇ ਮੈਂ ਭੱਜ ਕੇ ਸੁਰਿੰਦਰ ਕੋਲੋਂ ਗੁੱਡੀ ਲੈ ਆਵਾਂ, ਜਿਹੜੀ ਅੱਜ ਮੈਂ ਉਹਦੇ ਗੁੱਡੇ ਨਾਲ ਵਿਆਹੀ ਸੀ। ਮਾਂ ਆਪਣੇ ਖਿਆਲਾਂ ਵਿੱਚ ਚੁੱਪ ਸੀ। ਜੋਰਾਂ ਮਾਂ ਦੀ ਚੁੱਪ ਨੂੰ ਇਜਾਜ਼ਤ ਸਮਝ ਕੇ ਬੂਹਿਓਂ ਬਾਹਰ ਜਾਣ ਲੱਗੀ ਤਾਂ ਕਰਮੂ ਨੇ ਰੋਕ ਦਿੱਤਾ। ਕੁੜੇ, ਇਸ ਵੇਲੇ ਕਿਧਰੇ ਬਾਹਰ ਨਾ ਜਾਵੀਂ, ਵੇਲਾ ਥੋੜਾ ਏ। ਚੱਲ ਆਪਣੀ ਮਾਂ ਨਾਲ ਮਿਲ ਕੇ ਚੱਲਣ ਦੀ ਤਿਆਰੀ ਕਰੋ। ਅੱਜ ਕਾਫਲੇ ਤੋਂ ਵਿਛੜ ਗਏ ਫਿਰ ਮੁਸ਼ਕਲ ਹੋ ਜਾਵੇਗੀ। ਉਹਦੀ ਆਵਾਜ਼ ਨਾਲ ਪਰਤ ਕੇ ਜੋਰਾਂ ਫੇਰ ਮਾਂ ਕੋਲ ਆਣ ਬੈਠੀ। ਮੰਜੀ ਤੇ ਪਿਓ ਦੇ ਕੋਲ 8-10 ਸਾਲਾਂ ਦਾ ਭੋਲਾ, ਜਿਹੜਾ ਹੁਣ ਤੀਕ ਸਾਰਿਆਂ ਦੀਆਂ ਗੱਲਾਂ ਚੁੱਪ ਕਰਕੇ ਸੁਣਦਾ ਪਿਆ ਸੀ। ਭੋਲੇ ਨੇ ਲਾਡ ਨਾਲ ਬਾਪੂ ਦੇ ਮੂੰਹ ਨੂੰ ਠੋਡੀਆਂ ਫੜ ਕੇ ਆਪਣੇ ਵੱਲ ਕੀਤਾ ਤੇ ਪੁੱਛਿਆ, ਅੱਬਾ ਇਹ ਸਾਡਾ ਘਰ ਨਹੀਂ? ਨਹੀਂ ਪੁੱਤਰ, ਕਰਮੂ ਉਹਦਾ ਮੱਥਾ ਚੁੰਮ ਕੇ ਦੱਸਿਆ। ਸਾਡਾ ਘਰ ਤਾਂ ਉਧਰ ਏ, ਬੜਾ ਹੀ ਸੋਹਣਾ, ਬਿਲਕੁਲ ਸਾਹਿਬਾਂ ਦੇ ਬੰਗਲੇ ਵਰਗਾ। ਇਹ ਕਿਸੇ ਦਾ ਏ, ਕਰਮੂ ਨੇ ਜਵਾਬ ਦਿੱਤਾ। ਝਟਕ ਭੋਲਾ ਚੁੱਪ ਰਿਹਾ ਤੇ ਫਿਰ ਬੋਲਿਆ, ਅੱਬਾ ਸਾਡੇ ਮਰੱਬੇ ਦੀਆਂ ਬੇਰੀਆਂ ਤੇ ਉੱਥੇ ਨਹੀਂ ਹੋਣੀਆਂ? ਹੋਣਗੀਆਂ, ਜ਼ਰੂਰ ਹੋਣਗੀਆਂ, ਕਰਮੂ ਨੇ ਦਿਲਾਸਾ ਦਿੱਤਾ। ਨਾਲੇ ਬਹੁਤੀਆਂ ਵੀ ਹੋਣਗੀਆਂ। ਉਹਨਾਂ ਦੇ ਵੇਰ ਤੇ ਇੰਨੇ ਮਿੱਠੇ ਨਹੀਂ ਹੋਣੇ। ਭੋਲੇ ਨੇ ਸੱਚਮੁੱਚ ਬੇਰਾਂ ਦਾ ਸਵਾਦ ਲੈਣ ਦੇ ਅੰਦਾਜ਼ ਵਿੱਚ ਪੁੱਛਿਆ। ਬਿਲਕੁਲ ਸ਼ਹਿਦ ਵਰਗੇ ਮਿੱਠੇ ਹੋਣਗੇ, ਕਰਮੂ ਨੇ ਦੱਸਿਆ। ਸਾਰਾ ਕੁਝ ਹੀ ਆਪਣਾ ਹੋਵੇਗਾ ਉੱਥੇ, ਜੋ ਜੀ ਕਰੇ ਜਿੰਨੇ ਮਰਜ਼ੀ ਖਾਂਦਾ ਫਿਰੀ, ਕੋਈ ਹਟਕਣ ਹੋੜਨ ਵਾਲਾ ਨਹੀਂ ਹੋਣਾ। ਪਰ ਮੇਰੇ ਕਬੂਤਰ ਕਿਵੇਂ ਜਾਣਗੇ? ਭੋਲੇ ਨੇ ਫਿਕਰ ਨਾਲ ਆਖਿਆ। ਬਾਪੂ ਜਿਹੜਾ ਮੇਰਾ ਚੀਨਾ ਕਬੂਤਰ ਏ ਨਾ, ਬੜੀਆਂ ਉੱਚੀਆਂ ਉਡਾਰੀਆਂ ਮਾਰਦਾ ਏ, ਨਾਲੇ ਬਾਜ਼ੀਆਂ ਵੀ ਬਹੁਤ ਲਾਉਂਦਾ ਏ। ਉਹੋ ਹੀ ਜਿਹੜਾ ਮੇਰੇ ਯਾਰ ਪਾਲ ਸਿੰਘ ਨੇ ਮੈਨੂੰ ਵਿਸਾਖੀ ਵਾਲੇ ਦਿਨ ਦਿੱਤਾ ਸੀ। ਕਰਮੂ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਫਿਰ ਉਹਨੂੰ ਉਰਾਂ ਪਰਾਂ ਦੀਆਂ ਮਾਰ ਕੇ ਤਸੱਲੀਆਂ ਦਿੰਦਿਆਂ ਹੋਇਆਂ ਆਖਿਆ, ਤੂੰ ਪੁੱਤਰ ਫਿਕਰ ਨਾ ਕਰ। ਕਬੂਤਰ ਤੇ ਚਿੜੀ ਜਨੌਰ ਬੜੇ ਸਿਆਣੇ ਹੁੰਦੇ ਨੇ। ਅਸੀਂ ਜਿੱਥੇ ਵੀ ਜਾਵਾਂਗੇ ਆਪੇ ਲੱਭ ਕੇ ਆ ਜਾਣਗੇ। ਇਹ ਆਪਣੇ ਮਾਲਕ ਨੂੰ ਸਿਆਣ ਲੈਂਦੇ ਨੇ। ਸੱਚ ਅੱਬਾ? ਭੋਲੇ ਨੇ ਖੁਸ਼ ਹੋ ਕੇ ਪਿਓ ਦੇ ਗਲ ਨੂੰ ਬਾਹਾਂ ਪਾ ਕੇ ਇੱਕ ਝੂਟਾ ਲਿਆ। ਉਹਨੂੰ ਯਾਦ ਆਇਆ ਕਿੰਜ ਉਹ ਚਾਰ ਜੀ ਆਪਣੇ ਘਰੋਂ ਚੋਰਾਂ ਵਾਂਗ ਚੁੱਪ ਵੱਟ ਕੇ ਨਿਕਲੇ ਸੀ। ਪਿੰਡੋਂ ਲਹਿੰਦੇ ਪਾਸੇ 2 ਮਰੱਬਿਆਂ ਦੀ ਵਿੱਥ ਤੇ ਇੱਕ ਖੂਹ ਸੀ। ਖੂਹ ਵਗਦਾ ਪਿਆ ਸੀ। ਉਹਦੀ ਰੀ ਰੀ ਰੂ ਰੂ ਚੰਨ ਦੀ ਚਾਨਣੀ ਸੋਹਣੀ ਠੰਡੀ ਰਾਤ ਵੇਲੇ ਇੱਕ ਗਾਦੀ ਤੇ ਬੈਠਾ ਕੋਈ ਭੋਲੇ ਦਾ ਹਾਣੀ ਆਪਣੀ ਲੈ ਵਿੱਚ ਗਾ ਰਿਹਾ ਸੀ।
ਓ ਮੇਰੀ ਜੁਗਨੀ ਦੇ ਧਾਗੇ ਚਾਰ ਚੱਲੇ ਵਿਛੜ ਜਿਨ੍ਹਾਂ ਦੇ ਯਾਰ, ਓ ਰੋਵਣ ਜ਼ਾਰੋ ਜ਼ਾਰ ਓਏ ਸਾਈਂ ਮੇਰੇ ਆਵ ਜੁਗਨੀ। ਪਤਾ ਨਹੀਂ ਭੋਲੇ ਦੇ ਦਿਲ ਨੂੰ ਕੀ ਖਿੱਚ ਪਈ, ਜਵਾਬ ਦੇਣ ਲਈ ਬੋਲ ਪਿਆ। ਓ ਮੇਰੀ ਜੁਗਨੀ ਦੇ ਧਾਗੇ 33, ਸਾਡੀ ਸਾਂਝ ਦਿਲਾਂ ਦੀ ਖੇਤੀ, ਜਿਉਂਦੇ ਰਹੇ ਮਿਲਾਂਗੇ ਛੇਤੀ ਓਏ ਸਾਈਂ ਮੇਰੇ ਆਵ ਜੁਗਨੀ। ਕਰਮੂ ਨੇ ਛੇਤੀ ਨਾਲ ਉਹਦੇ ਮੂੰਹ ਤੇ ਹੱਥ ਰੱਖਿਆ ਤੇ ਗੁੱਸੇ ਵਿੱਚ ਬੋਲਿਆ, ਓਏ ਚੁੱਪ ਕਰ ਝਾਂਬੜਾ, ਕਿਧਰੇ ਕੋਈ ਹੋਰ ਮੁਸੀਬਤ ਨਾ ਪਾ ਦੇਈਂ। ਭੋਲਾ ਉਹਦੇ ਝਿੜਕਣ ਨਾਲ ਤਰਬ ਕੇ ਚੁੱਪ ਕਰ ਗਿਆ। ਉਹਦੇ ਭਾਣੇ ਖੌਰੇ ਉਸਨੇ ਸੱਚਮੁੱਚ ਹੀ ਕੁਝ ਗਲਤ ਆਖ ਦਿੱਤਾ ਹੋਵੇ। ਚਾਰੇ ਜਾਣੇ ਉਸ ਵੱਟ ਤੇ ਬੈਠੇ ਕਾਫਲੇ ਦੀ ਉਡੀਕ ਕਰ ਰਹੇ ਸਨ। ਕਰਮੂ ਨੇ ਇੱਕ ਅਖੀਰਲੀ ਨਜ਼ਰ ਪਿੰਡ ਵੱਲ ਮਾਰੀ। ਰਾਤ ਦੇ ਹਨੇਰੇ ਵਿੱਚ ਪਿੰਡ ਸਾਫ਼ ਨਹੀਂ ਸੀ ਦਿਸਦਾ। ਬਸ ਪਿੰਡ ਦੇ ਵਿੱਚ ਤੇ ਪਿੰਡ ਦੇ ਆਲੇ ਦੁਆਲੇ ਉੱਗੇ ਹੋਏ ਰੁੱਖਾਂ ਦਾ ਝੋਲਾ ਜਿਹਾ ਪੈਂਦਾ ਸੀ। ਨੀਵੀਂ ਪਾਈ ਜਿਵੇਂ ਆਖਦੇ ਹੋਣ, ਅੱਛਾ ਬੇਲੀਆ, ਰੱਬ ਰਾਖਾ। ਕਰਮੂ ਨੇ ਘਬਰਾ ਕੇ ਮੂੰਹ ਦੂਜੇ ਪਾਸੇ ਕਰ ਲਿਆ। ਦੂਰ ਪਨਿਆਲ ਨੇ ਬੰਨੇ ਉੱਤੇ ਖਲੋਤਿਆਂ ਚੜ੍ਹਦੇ ਚੰਨ ਵੱਲ ਵੇਖ ਕੇ ਇੱਕ ਸੁਰ ਲਾ ਦਿੱਤੀ। ਚੜ ਚੜ ਚੰਨਾ ਤੂੰ ਚੜ ਕਰੀ ਰੁਸ਼ਨਾਈਆਂ, ਸੱਜਣ ਉੱਠ ਗਵਾਂਢੋਂ ਚੱਲੇ, ਹਾਏ ਵੇ ਲੱਗਾ ਤੀਰ ਜੁਦਾਈਆਂ। ਭਾਗਾਂ ਦੀ ਹੌਲੀ ਜਹੀ ਬੁਸਕਣ ਦੀ ਆਵਾਜ਼ ਨਿਕਲੀ, ਪਰ ਛੇਤੀ ਹੀ ਚੁੱਪ ਹੋ ਗਈ। ਉਧਰੋਂ ਕਾਫਲੇ ਦੇ ਆਵਣ ਦੀ ਭਿਣਕ ਵੀ ਕੰਨੀ ਪੈਣ ਲੱਗ ਪਈ ਤੇ ਕਰਮੂ ਕੁਝ ਖੁਸ਼ ਹੋਇਆ ਸੀ। ਕਾਫਲੇ ਆਉਂਦੇ ਦੇ ਨਾਲ ਹੀ ਰਲ ਕੇ ਇਹ ਟੁਰ ਪਏ। ਕਾਫਲੇ ਦੇ ਅੱਗੇ ਪਿੱਛੇ ਤੇ ਸੱਜੇ ਖੱਬੇ ਜਵਾਨ ਬੰਦੇ ਸਨ ਤੇ ਬੁੱਢੇ ਠੇਰੇ, ਔਰਤਾਂ ਤੇ ਬੱਚੇ ਵਿਚਕਾਰ ਚੁੱਪਚਾਪ ਟੁਰੀ ਜਾ ਰਹੇ ਸਨ। ਸੈਂਕੜਿਆਂ ਦਾ ਜਥਾ ਚੋਰਾਂ ਵਾਂਗ ਬਿਨਾਂ ਖੜਾ ਕੀਤਿਆਂ ਪਹਿਲੀ ਵਾਰ ਵੇਖਿਆ ਸੀ। ਜਦ ਕੋਈ ਬਾਲ ਨਿਆਣਾ ਰੋ ਪਵੇ ਤਾਂ ਉਹਦੀ ਮਾਂ ਛੇਤੀ ਹੀ ਆਪਣੀ ਛਾਤੀ ਨਾਲ ਲਾ ਕੇ ਦੁੱਧ ਪਿਉਣ ਦਾ ਦਿਲਾਸਾ ਦੇ ਕੇ ਚੁੱਪ ਕਰਾ ਦੇਵੇ, ਪਰ ਬੁੱਢੇ ਖਾਂਗੜਾਂ ਦੀ ਖੰਘ ਰਾਤ ਦਾ ਸੀਨਾ ਚੀਰ ਦੇਵੇ ਤੇ ਸਾਰਾ ਕਾਫਲਾ ਖਾਮੋਸ਼ ਨਫ਼ਰਤ ਨਾਲ ਨਿੰਦਿਆ ਕਰੇ। ਅਚਨਚੇਤ ਇੱਕ ਲੋਟੂਆਂ ਦੇ ਟੋਲੇ ਨੇ ਕਾਫਲੇ ਨੂੰ ਘੇਰ ਮਾਰਨਾ ਕੱਟਣਾ ਸ਼ੁਰੂ ਕਰ ਦਿੱਤਾ। ਕਾਫਲੇ ਵਿੱਚ ਹਰ ਕਿਸੇ ਨੂੰ ਆਪੋ ਆਪਣੀ ਪੈ ਗਈ। ਕਈ ਮਾਰੇ ਗਏ ਤੇ ਕਈ ਵੱਡੇ ਟੁੱਕੇ ਗਏ। ਕਾਫਲਾ ਖਿੱਲਰ ਪੁੱਲਰ ਗਿਆ। ਲੋਟੂਆਂ ਨੇ ਸਮਾਨ ਦੇ ਨਾਲ ਜਵਾਨ ਕੁੜੀਆਂ ਵੀ ਲੁੱਟੀਆਂ। ਜਿਸ ਕੁੜੀ ਨੇ ਲੁੱਟੇ ਜਾਣ ਤੋਂ ਇਨਕਾਰ ਕੀਤਾ, ਉਹ ਆਪਣੇ ਸਕਿਆਂ ਦੇ ਸਾਹਮਣੇ ਹਮੇਸ਼ਾ ਲਈ ਢੇਰ ਕਰ ਦਿੱਤੀ ਗਈ ਤੇ ਕਰਮੂ ਦੀ ਜੋਰਾਂ ਵੀ ਬਾਪ ਦੇ ਸਾਹਮਣੇ ਰਤੋ ਰਤ ਨਹਾ ਗਈ ਸੀ। ਫਿਰ ਰਹਿੰਦਾ ਖੂੰਦਾ ਕਾਫਲਾ ਚੁੱਪ ਚਾਂ ਦੀ ਥਾਂ ਰੋਂਦਾ ਚੀਕਦਾ ਮਿੱਥੀ ਹੋਈ ਲਕੀਰ ਟੱਪ ਆਇਆ ਸੀ। ਫੱਟ ਖਾ ਕੇ ਕਰਮੂ ਨੇ ਮਹਾਜਰ ਕੈਂਪ ਵਿੱਚ ਸ਼ੁਕਰ ਦੇ ਨਫਲ ਪੜੇ ਸਨ। ਆਪਣੀ ਧਰਤੀ ਨੂੰ ਚੁੰਮਿਆ, ਇੱਥੋਂ ਦੀ ਹਵਾ ਵਿੱਚ ਲੰਮੇ ਸਾਹ ਲਏ, ਪਰ ਉਹਦੀ ਸੁਆਣੀ ਭਾਗਾਂ ਨੇ ਵੈਣ ਛੋਹੇ ਸਨ। ਕਈ ਮਾਵਾਂ ਵੀ ਰੁੰਨੀਆਂ ਗਈਆਂ ਸਨ, ਕਈ ਯਤੀਮ ਉਦਾਸ, ਕਈ ਸੁਹਾਗਣਾ ਬੇਵਾ, ਕਈ ਗੱਭਰੂ ਸ਼ਰਮਸਾਰ। ਸਾਹਮਣੇ ਕਈ ਮਹੱਲਾਂ ਵਿੱਚ ਰੰਗ ਸਨ, ਖੁਸ਼ੀਆਂ ਸਨ, ਹਾਸੇ ਸਨ, ਖੇਡਾਂ ਤੇ ਤਮਾਸ਼ੇ ਸਨ। ਮਹਾਜਰ ਕੈਂਪ ਵਿੱਚ ਕਰਮੂ ਨੇ ਆਪਣਾ ਨਾਮ ਕਰਮਦੀਨ ਲਿਖਵਾਇਆ। ਉਦੋਂ ਉਹ ਆਪਣੇ ਆਪ ਨੂੰ ਸੱਚਮੁੱਚ ਕਰਮਦੀਨ ਸਮਝ ਰਿਹਾ ਸੀ। ਫਿਰ ਇੱਕ ਦਿਨ ਉਹ ਮਹਾਜਰ ਕੈਂਪ ਵੀ ਉਜੜ ਗਿਆ। ਮਹਾਜਰਾਂ ਨੂੰ ਆਰਜ਼ੀ ਅਲਾਟਮੈਂਟ ਦੇ ਕੇ ਵੱਖ-ਵੱਖ ਥਾਵਾਂ ਤੇ ਖਪਾਇਆ ਗਿਆ। ਕਰਮਦੀਨ ਨੂੰ ਇੱਕ ਦੂਰ ਦਰਾਡੇ ਪਿੰਡ ਵਿੱਚ ਕੁਝ ਸਰਕਾਰੀ ਜ਼ਮੀਨ ਵਾਹੀ ਵਾਸਤੇ ਆਰਜ਼ੀ ਅਲਾਟ ਹੋਈ ਸੀ। ਜ਼ਮੀਨ ਵੀ ਜੰਗਲੀ ਸੀ, ਉੱਚੀ ਨੀਵੀਂ, ਟੋਏ ਟਿੱਬੇ, ਝਾੜੀ ਬੂਟੇ, ਸੱਪਾਂ ਵਾਂਗਰ। ਕਰਮਦੀਨ ਨੇ ਬੜੀ ਖੇਚਲ ਨਾਲ ਭੋਏ ਵਾਹੀ ਬੀਜਣ ਦੇ ਕਾਬਲ ਬਣਾਈ। ਸਿਰ ਤੋੜ ਮਿਹਨਤ ਨਾਲ ਵਸਣ ਦਾ ਮੂੰਹ ਸਿਰ ਬਣਾਇਆ। ਕੁਝ ਵੇਲਾ ਲੰਘ ਗਿਆ, ਪਰ ਵੇਲੇ ਦੇ ਨਾਲ ਜਿੱਥੇ ਭੋਲਾ ਜਵਾਨ ਹੋਇਆ, ਉੱਥੇ ਭਾਗਾਂ ਹੋਰ ਵੀ ਉਦਾਸ ਹੁੰਦੀ ਗਈ। ਮੂੰਹੋਂ ਚੁੱਪ, ਚਿਹਰੇ ਤੇ ਉਦਾਸੀ, ਰੂਹ ਵਿੱਚ ਅੱਗ। ਇੱਕ ਦਿਨ ਉਹ ਰੋਟੀ ਲੈ ਕੇ ਖੇਤਾਂ ਨੂੰ ਗਈ, ਜਿੱਥੇ ਕਰਮਦੀਨ ਤੇ ਭੋਲਾ ਕੰਮ ਕਰ ਰਹੇ ਸਨ। ਬੇਰੀ ਦੀ ਛਾਵੇਂ ਪੱਤੇ ਵੇਲਾ ਕਰਦਿਆਂ ਹੋਇਆਂ ਭੋਲੇ ਨੇ ਤਾਂ ਬੇਰੀ ਵੱਲ ਧਿਆਨ ਕਰਕੇ ਆਖਿਆ, ਅੱਬਾ, ਜੇ ਕਦੀ ਇਸ ਬੇਰੀ ਨੂੰ ਬੇਰ ਲੱਗੇ ਤੇ ਮਿੱਠੇ ਤੇ ਬੜੇ ਹੋਣਗੇ। ਭੋਲੇ ਦੀ ਗੱਲ ਸੁਣ ਕੇ ਉਹਦੀ ਮਾਂ ਦੇ ਅੱਥਰੂ ਡਿੱਗ ਪਏ, ਜਿਹੜੇ ਉਸਨੇ ਮੈਲੀ ਤੇ ਪਾਟੀ ਚਾਦਰ ਨਾਲ ਪੂੰਝ ਕੇ ਸਾਫ਼ ਕੀਤੇ। ਤੇ ਕਰਮਦੀਨ ਹੌਲੀ ਜਿਹੀ ਬੋਲਿਆ, ਆਖਰ ਬੰਦਾ ਆਸ ਤੇ ਹੀ ਜਿਉਂਦਾ ਏ, ਸਾਰੀ ਦੁਨੀਆ ਉਮੀਦ ਤੇ ਹੀ ਕਾਇਮ ਏ। ਫਿਰ ਕਿੰਨਾ ਚਿਰ ਉਹ ਚੁੱਪ ਰਹੇ ਸਨ। ਜੰਗ ਦੇ ਦਿਨਾਂ ਵਿੱਚ ਹੋਰ ਮੁੰਡਿਆਂ ਦੇ ਨਾਲ ਭੋਲਾ ਵੀ ਜੰਗ ਵਿੱਚ ਸ਼ਾਮਿਲ ਹੋ ਗਿਆ। ਉਹਦੀ ਮਾਂ ਨੇ ਬੜਾ ਸਮਝਾਇਆ, ਕਾਕਾ, ਤੂੰ ਨਹੀਂ ਜਾਣਦਾ ਜੰਗ ਕਾਹਦੇ ਵਾਸਤੇ ਲੜੀ ਜਾਂਦੀ ਹੈ। ਭੋਲੇ ਨੇ ਕਿਹਾ ਕਿ ਜਦ ਕੋਈ ਵੈਰੀ ਲਲਕਾਰੇ
ਫਿਰ ਲੁਕਣਾ ਨਹੀਂ ਚਾਹੀਦਾ। ਇਹ ਖੌਰੇ ਉਹਦੇ ਅੰਦਰ ਕਿਹੜੀ ਅੱਗ ਸੀ। ਫਿਜ਼ਾ ਵਿੱਚ ਤੋਪਾਂ ਦੇ ਗੋਲਿਆਂ ਦੀ ਠਾਹ ਦੇ ਨਾਲ ਮੇਰਾ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ ਵਾਲੇ ਗੀਤ ਵੀ ਉੱਭਰੇ। ਫਿਰ ਜੰਗ ਬੰਦ ਹੋ ਗਈ। ਕਰਮਦੀਨ ਨੂੰ ਪਤਾ ਨਾ ਲੱਗਾ ਜੰਗ ਹੋਈ ਕਿਵੇਂ ਤੇ ਫਿਰ ਬੰਦ ਕਿਵੇਂ ਹੋਈ। ਨਤੀਜਾ ਇਹ ਨਿਕਲਿਆ ਬਈ ਭੋਲਾ ਸ਼ਹੀਦ ਹੋ ਗਿਆ। ਭੋਲੇ ਦੀ ਮਾਂ ਦੇ ਅਥਰੂ ਵੀ ਮੁੱਕ ਗਏ ਸਨ। ਉਹ ਭੋਲੇ ਦੀ ਮੌਤ ਤੇ ਬਿਲਕੁਲ ਨਹੀਂ ਸੀ ਰੋਈ। ਆਰਜੀ ਅਲਾਟਮੈਂਟ ਟੁੱਟ ਕੇ ਭੋਏ ਕਿਸੇ ਹੋਰ ਦੇ ਨਾਂ ਹੋ ਗਈ। ਕਰਮਦੀਨ ਨੇ ਬਥੇਰਾ ਰੌਲਾ ਪਾਇਆ, ਜ਼ਿਲ੍ਹੇ ਕਚਹਿਰੀਆਂ ਫਰਿਆਦ ਵੀ ਕੀਤੀ, ਪਰ ਕਿਸੇ ਨਾ ਸੁਣੀ। ਥੱਕ ਹਾਰ ਕੇ ਕਿਸੇ ਹੋਰ ਕੋਲੋਂ ਹਿੱਸੇ ਤੇ ਜ਼ਮੀਨ ਲੈ ਕੇ ਵਾਹੀ ਕੀਤੀ। ਰਾਹਕ ਹੋਣ ਦੇ ਨਾਲ ਕਰਮਦੀਨ ਤੋਂ ਮਹਾਜਰ ਮਜਾਰੇ ਸਦੀਵਣ ਲੱਗ ਪਿਆ। ਮਹਾਜਰ ਮਜਾਰਾ ਮਿਹਨਤੀ ਸੀ, ਇਸੇ ਕਰਕੇ ਪਿੰਡ ਦੇ ਚੌਧਰੀ ਨੇ ਆਪਣੀ ਕੱਲਰ ਬੰਜਰ ਜ਼ਮੀਨ ਵਾਹੁਣ ਵਾਸਤੇ ਦੇ ਦਿੱਤੀ। ਮਹਾਜਰ ਮਜਾਰਾ ਉੱਥੇ ਹੀ ਦਿਲ ਲਾ ਕੇ ਮਿਹਨਤ ਕਰਦਾ ਰਿਹਾ। ਭੋਏ ਆਬਾਦ ਹੋਈ, ਨਾਲ ਹੀ ਫਸਲਾਂ ਦੇ ਭਾਅ ਵੱਧਦੇ ਗਏ, ਤਰੱਕੀ ਹੋਈ। ਚੌਧਰੀ ਨੇ ਟਰੈਕਟਰ ਲੈ ਆਂਦਾ ਤੇ ਮਹਾਜਰ ਮਜਾਰਾ ਵਿਹਲਾ ਹੋ ਗਿਆ। ਮਹਾਜਰ ਮਜਾਰਾ ਜਿਹੜਾ ਹੁਣ ਤੀਕ ਚੁੱਪ ਸੀ, ਇੱਕੋ ਵਾਰ ਭਾਂਬੜ ਬਣ ਗਿਆ। ਉਸਨੇ ਚੌਧਰੀ ਨੂੰ ਆਖਿਆ, ਉਹ ਦਿਨ ਗਏ ਜਦ ਚੌਧਰੀ ਆਪਣੇ ਢਿੱਡ ਤੇ ਹੱਥ ਮਾਰਦੇ ਹੁੰਦੇ ਸਨ। ਹੁਣ ਤੇ ਹਕੂਮਤ ਏ ਵੰਡ ਕੇ ਖਾਣ ਦੀ। ਤੂੰ ਮੈਨੂੰ ਭੋਏ ਤੋਂ ਬੇਦਖਲ ਨਹੀਂ ਕਰ ਸਕਦਾ। ਕਰਮੂ ਨੇ ਭੋਏ ਤੇ ਕਬਜ਼ਾ ਕਰ ਲਿਆ ਸੀ। ਚੌਧਰੀ ਕਬਜ਼ੇ ਦਾ ਸੁਣ ਕੇ ਪਹਿਲੇ ਤੇ ਮਹਾਜਰ ਦੀ ਬੇਵਕੂਫੀ ਤੇ ਹੱਸਿਆ, ਫਿਰ ਗੁੱਸੇ ਨਾਲ ਬੋਲਿਆ, ਅੱਛਾ ਕਰਮਾ ਮਾਰਿਆ ਕਰਮੂ, ਤੈਨੂੰ ਤੇ ਤੇਰੀ ਹਕੂਮਤ ਨੂੰ ਕੁਝ ਵਿਖਾਣਾ ਹੀ ਪਵੇਗਾ। ਚੌਧਰੀ ਨੇ ਮਹਾਜਰ ਤੇ ਅਦਾਲਤ ਵਿੱਚ ਕੇਸ ਕਰ ਦਿੱਤਾ, ਜਿਹਦੇ ਵਿੱਚ ਦਾਅਵਾ ਕੀਤਾ ਕਿ ਮਜ਼ਾਰੇ ਨੇ ਮੈਨੂੰ 2 ਸਾਲ ਤੋਂ ਹਿੱਸਾ ਨਹੀਂ ਦਿੱਤਾ। ਅਦਾਲਤ ਮਜ਼ਾਰੇ ਨੂੰ ਸੱਦ ਕੇ ਪੁੱਛਿਆ, ਤੂੰ ਹਿੱਸਾ ਕਿਉਂ ਨਹੀਂ ਦਿੱਤਾ? ਮਜ਼ਾਰੇ ਨੇ ਜਵਾਬ ਵਿੱਚ ਆਖਿਆ, ਸਰਕਾਰ, ਮੈਂ ਤੇ ਹਿੱਸਾ ਦਿੰਦਾ ਰਿਹਾ ਵਾਂ। ਅਦਾਲਤ ਨੇ ਰਸੀਦ ਪੁੱਛੀ। ਰਸੀਦ ਤੇ ਸਾਰੇ ਪਿੰਡ ਵਿੱਚ ਕੋਈ ਲੈਂਦਾ ਦਿੰਦਾ ਹੀ ਨਹੀਂ। ਕਰਮੂ ਵਜਾਹਤ ਕੀਤੀ। ਫਿਰ ਗਵਾਹ ਲਿਆ। ਅਦਾਲਤ ਨੇ ਹੁਕਮ ਦਿੱਤਾ। ਮਹਾਜਰ ਦੇ ਨਾਲ ਕੋਈ ਗਵਾਹ ਵੀ ਨਾ ਗਿਆ। ਉਲਟੀ ਅਦਾਲਤ ਦੇ ਹੁਕਮ ਮੁਤਾਬਕ ਪਿਛਲੇ 2 ਸਾਲਾਂ ਦੇ ਬਦਲੇ ਘਰ ਦੀ ਕੁਰਕੀ ਹੋ ਗਈ। ਘਰ ਦੀ ਕੁਰਕੀ ਹੋਣ ਤੇ ਭਾਗਾਂ ਰੋਈ ਪਿੱਟੀ, ਨਾਲ ਹੀ ਕਸ਼ ਖਾ ਕੇ ਡਿੱਗੀ ਤੇ ਫੇਰ ਨਾ ਉੱਠੀ। ਕਰਮੂ ਹਾਲੇ ਜਿਉਂਦਾ ਰਹਿਣਾ ਚਾਹੁੰਦਾ ਸੀ, ਪਰ ਪਤਾ ਨਹੀਂ ਕਿਉਂ ਪਿੰਡੋਂ ਨਿਕਲ ਕੇ ਬਣਦੀ ਹੋਈ ਇੱਕ ਨਵੀਂ ਬਿਲਡਿੰਗ ਵਿੱਚ ਚੌਕੀਦਾਰ ਹੋ ਗਿਆ। ਰਾਤ ਦਿਨ ਦਾ ਚੌਕੀਦਾਰ। ਬਿਲਡਿੰਗ ਦਾ ਸਰੀਆ ਚੋਰੀ ਹੋ ਗਿਆ ਤੇ ਸ਼ੱਕ ਕਰਮੂ ਤੇ। ਬਿਲਡਿੰਗ ਦੇ ਮਾਲਕਾਂ ਨੇ ਕੁੱਟਿਆ ਤੇ ਥਾਣੇ ਦੇ ਦਿੱਤਾ। ਥਾਣੇਦਾਰ ਕਰਮੂ ਦੀ ਸ਼ਕਲ ਵੇਖ ਕੇ ਆਖਿਆ, ਕਾ ਚੋਰ ਲੱਗਦਾ ਏ। ਕਰਮੂ ਨੇ ਹੱਥ ਜੋੜ ਕੇ ਆਖਿਆ, ਮੋਤੀਆਂ ਵਾਲਿਆ, ਮੈਨੂੰ ਤੇ ਕੁਝ ਪਤਾ ਹੀ ਨਹੀਂ ਲੱਗਦਾ ਕਿਹੜਾ ਮਾਲਕ ਏ ਤੇ ਕਿਹੜਾ ਮੁਲਾਜ਼ਮ। ਆਪੇ ਹੀ ਸਰੀਆ ਲੈ ਜਾਂਦੇ ਸਨ ਤੇ ਆਪੇ ਹੀ ਰੱਖ ਜਾਂਦੇ ਸਨ। ਨਾ ਭੋਲਾ ਬਣਦਾ ਸੂਰ ਦੀ ਬੂਥੀ ਵਾਲਾ। ਥਾਣੇਦਾਰ ਨੇ ਚਾਂਟਾ ਮਾਰਿਆ ਤੇ ਫਿਰ ਠੁੱਡੇ ਮਾਰੇ ਤੇ ਡਾਂਗਾਂ ਵੀ ਮਾਰੀਆਂ ਤੇ ਪੁੱਛਿਆ, ਤੇਰੇ ਬਾਕੀ ਦੇ ਸਾਥੀ ਕਿੱਥੇ ਨੇ? ਦੱਸ, ਨਹੀਂ ਤੇ ਤੈਨੂੰ ਮਾਰ ਦਿਆਂਗਾ। ਕੁੱਤਾ ਨਾ ਹੋਵੇ, ਕੁਝ ਬਕਦਾ ਹੀ ਨਹੀਂ। ਕਰਮੂ ਨੇ ਚੁੱਪ ਵੱਟ ਲਈ। ਥਾਣੇਦਾਰ ਨੂੰ ਸਾਹ ਚੜਿਆ ਹੋਇਆ ਸੀ। ਉਸਨੇ ਇੱਕ ਸਿਪਾਹੀ ਨੂੰ ਆਖਿਆ, ਫੜ ਓਏ ਇਸ ਕੰਜਰ ਨੂੰ, ਬਿਠਾ ਧੁੱਪੇ ਜਰਾਂ ਕੰਧ ਨਾਲ, ਇਹਦੀ ਅਕਲ ਟਿਕਾਣੇ ਆਵੇ, ਫੇਰ ਪੁੱਛਣਾ ਵਾ। ਮੋਟੀ ਸਾਰੀ ਗਾਲ ਕੱਢ ਕੇ, ਭਲਾ ਇਸ ਬੇਗੈਰਤ ਨੂੰ ਕਿਸ ਨੇ ਆਖਿਆ ਸੀ ਇੱਧਰ ਆਵੇ? ਇਹਦੇ ਕੋਲ ਉਧਰ ਨਹੀਂ ਸਨ ਚੋਰੀਆਂ ਕੀਤੀਆਂ ਜਾਂਦੀਆਂ। ਚੋਰ ਦਾ ਪੁੱਤਰ। ਥਾਣੇਦਾਰ ਦੇ ਜੋ ਮੂੰਹ ਆਇਆ ਬਕ ਗਿਆ। ਇਹਨੇ ਸੋਚਿਆ ਹੋਣਾ ਚੱਲਨੇ ਆ ਭੋਲਿਆਂ ਦਾ ਦੇਸ਼ ਆ, ਵਾਹਵਾ ਟੰਡੂ ਅੜਿਆ ਰਹੇਗਾ। ਪਰ ਮੈਂ ਤਾਂ ਇਹਦੇ ਕੋਲੋਂ ਅਗਲਾ ਪਿਛਲਾ ਖਾਧਾ ਪੀਤਾ ਸਾਰਾ ਹਿਸਾਬ ਲੈ ਕੇ ਛੱਡਾਂਗਾ। ਥਾਣੇਦਾਰ ਦਾ ਜੁੱਸਾ ਗੁੱਸੇ ਨਾਲ ਵੱਸ ਵਿੱਚ ਨਹੀਂ ਸੀ। ਫੁੱਲੀ ਹੋਈ ਗੋਗੜ ਤੋਂ ਖਿਸਕਦੀ ਪੈਂਟ ਨੂੰ ਉਹਨੇ ਖਿੱਚ ਕੇ ਉਤਾਂਹ ਕੀਤਾ। ਥਾਣੇਦਾਰ ਦਾ ਹੁਕਮ ਸੁਣ ਕੇ ਸਿਪਾਹੀ ਜ਼ਖਮੀ ਤੇ ਬੇਹੋਸ਼ ਕਰਮਦੀਨ ਨੂੰ ਲੱਤੋਂ ਫੜ ਕੇ ਧਰੀਕਦਿਆਂ ਹੋਇਆਂ ਧੁੱਪੇ ਕੰਧ ਨਾਲ ਲਿਆ ਸੁੱਟਿਆ ਸੀ, ਜਿਵੇਂ ਕਮੇਟੀ ਵਾਲੇ ਬੇਦਰਦੀ ਨਾਲ ਮੋਏ ਕੁੱਤੇ ਨੂੰ ਸੁੱਟ ਦਿੰਦੇ ਨੇ। ਕਰਮਦੀਨ ਕੋਲ ਹੁਣ ਨਾ ਕਰਮ ਸੀ ਤੇ ਨਾ ਦੀਨ, ਬਸ ਗੁਜ਼ਰੇ ਵਕਤ ਦਾ ਖਿਆਲ। ਉਹ ਹੁਣ ਅੱਗੋਂ ਮੁੱਕ ਗਿਆ। ਉਸਨੇ ਜ਼ਮੀਨ ਨੂੰ ਖੋਤਰਦਿਆਂ ਇੱਕ ਲੰਮਾ ਸਾਹ ਲਿਆ। ਉਸ ਦੇ ਕੰਨਾਂ ਵਿੱਚ ਬੂਟਾਂ ਦੇ ਠੱਪ-ਠੱਪ ਦੀ ਆਵਾਜ਼ ਨੇੜੇ ਆਉਂਦੀ ਮਾਲੂਮ ਹੋਈ। ਨਵੀਂ ਇਸਤਰੀ ਹੋਈ ਖਾਕੀ ਵਰਦੀ ਦੀ ਸਰਸਰਾਹਟ ਉੱਕਾਈ ਨੇੜੇ ਸੁਣ ਕੇ ਉਸ ਨੂੰ ਇੱਕ ਕੰਬਣੀ ਜਿਹੀ ਆਈ। ਉਸ ਨੇ ਘਬਰਾ ਕੇ ਉਤਾਂ ਅਸਮਾਨ ਵੱਲ ਖੁਦਾ ਨੂੰ ਵੇਖਿਆ। ਉੱਥੇ ਉਹਨੂੰ ਖੁਦਾ ਤੇ ਨਜ਼ਰ ਨਾ ਆਇਆ, ਪਰ ਉੱਥੇ ਇੱਕ ਚਿੱਟਾ ਕਬੂਤਰ ਚੀਨਾ, ਨਿਰਾ ਪੁਰਾ ਜੌਂ ਸਿਰਾ, ਵਿਸਾਖੀ ਦੇ ਮੇਲੇ ਵਰਗਾ ਪੁੱਠੀਆਂ ਸਿੱਧੀਆਂ ਬਾਜ਼ੀਆਂ ਲਾ ਰਿਹਾ ਸੀ।